ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਵਕਤ ਕਿਸਾਨ ਅੰਦੋਲਨ ਦੇ ਨਾਲ जुड़ियां हुई कुछ वड्डियां खबर आ रही ने। इन्हां खबरों के उपर करांगे विचार चर्चा। तो विचार चर्चा लिए मेरे नाल मौजूद रहेंगे सीनियर पत्रकार कुलवंत सिंह जी। सब तो पहले उन्होंने स्वागत कर लें। कुलवंत जी स्वागत है रोजाना लोकनाद। बहुत बहुत धन्यवाद जी। कुलवंत जी जिवें आपां कहा कि गलबात करांगे जिहड़ियां ਵੱਡੀਆਂ ਖਬਰਾਂ ਨੇ ਹੁਣ ਤੱਕ ਦੀਆਂ ਜਿਹੜੀਆਂ ਆ ਰਹੀਆਂ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ। ਸਭ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਜੀਜੀਪੀ ਨੂੰ ਲੈ ਕੇ, ਜਿਹੜੀ ਭਾਈਵਾਲ ਪਾਰਟੀ ਹੈ ਹਰਿਆਣਾ ਦੇ ਵਿੱਚ ਬੀਜੇਪੀ ਦੀ, ਉਹ ਇੱਕ ਵੱਡਾ ਝਟਕਾ ਦਿੰਦੀ ਹੋਈ ਨਜ਼ਰ ਆ ਰਹੀ ਹੈ, ਕਿਸਾਨਾਂ ਨੂੰ ਸਮਰਥਨ ਦਿੰਦੀ ਹੋਈ ਨਜ਼ਰ ਆ ਰਹੀ ਹੈ। ਕਿਵੇਂ ਦੇਖਦੇ ਹੋ ਹਰਿਆਣਾ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਇੱਕ ਤਰ੍ਹਾਂ ਦੀ ਵੈਂਟੀਲੇਟਰ ਦੇ ਉੱਪਰ ਹੈ? ਦੇਖੋ ਸੁਖਵਿੰਦਰ ਜੀ, ਜੇਕਰ ਆਪਾਂ ਇਹ ਤਾਂ ਹੁਣ ਤਾਜ਼ਾ ਹਾਲਾਤ ਪੈਦਾ ਹੋਏ ਨੇ, ਆਪਾਂ ਇਹਦੀ ਅਗਰ ਪਿੱਛੇ ਜਾਈਏ ਤਾਂ ਇਹਦੇ 'ਚ ਆਪਾਂ ਨੂੰ ਕਾਫੀ ਗੱਲਾਂ ਦੀ ਜਿਹੜੀਆਂ ਨਿਚੋੜ ਕੱਢਣ ਦੀ ਲੋੜ ਪੈਣੀ ਹੈ। ਸ਼ੁਰੂ ਤੋਂ ਜਦੋਂ ਤੋਂ ਇਹ ਕਿਸਾਨ ਅੰਦੋਲਨ ਜਾਰੀ ਹੋਇਆ ਉਦੋਂ ਤੋਂ ਇੱਕ ਗੱਲ ਕਿਸਾਨਾਂ ਨੇ ਬੜੇ ਤਗੜੇ ਤਰੀਕੇ ਨਾਲ ਰੱਖੀ ਸੀ ਕਿ ਅਸੀਂ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵੀ ਸਮਰਥਨ ਨਹੀਂ ਲਾਵਾਂਗੇ। ਜੇਕਰ ਕੋਈ ਸਿਆਸਤਦਾਨ ਦੇ ਨਾਲ ਕਿਸਾਨ ਆਗੂ ਜਾਂ ਕੋਈ ਵੀ ਕਿਸਾਨ ਜਿਹੜਾ ਜਥੇਬੰਦੀ ਨਾਲ ਸੰਬੰਧਿਤ ਰੱਖਣ ਵਾਲਾ ਅਹੁਦੇਦਾਰ ਜਾਂ ਕੋਈ ਵੀ ਬੰਦਾ ਜਿਹੜਾ ਅਜਿਹਾ ਉਹ ਸਿਆਸੀ ਪਾਰਟੀ ਨਾਲ ਸੰਬੰਧ ਰੱਖਦਾ ਤੇ ਉਹਦਾ ਸਾਡੇ ਨਾਲ ਕੋਈ ਸਮਰਥਨ ਨਹੀਂ, ਸਾਡਾ ਕੋਈ ਸੰਬੰਧ ਨਹੀਂ ਹੋਏਗਾ ਉਹਦੇ ਨਾਲ। ਇਹਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਕੋਈ ਵੀ ਪਾਰਟੀ ਜੇਕਰ ਉਹਨਾਂ ਦੇ ਕਿਸਾਨ ਅੰਦੋਲਨ 'ਚ ਗਈ ਹੈ, ਨਾ ਤਾਂ ਉਹਨਾਂ ਦਾ ਕੋਈ ਝੰਡਾ ਲਗਾਇਆ ਗਿਆ, ਨਾ ਹੀ ਜਿਹੜਾ ਉਹਨਾਂ ਦਾ ਕਿਸਾਨ ਆਗੂ ਜਿਹੜੇ ਸਟੇਜਾਂ ਦੇ ਉੱਤੇ ਉਹਨਾਂ ਨੂੰ ਬੋਲਣ ਦੀ ਆਗਿਆ ਦਿੱਤੀ ਗਈ ਹੈ, ਤੇ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਸਮਰਥਨ ਲਿਆ ਨਹੀਂ। ਈਵਨ ਦੈਨ ਕਿ ਜੇਕਰ ਆਪਾਂ ਦੇਖੀਏ ਤਾਂ ਪਿਛਲੇ ਸਮੇਂ ਦੌਰਾਨ ਇੱਕ ਵੱਡਾ ਘਟਨਾਕ੍ਰਮ ਜਿਹੜਾ ਉਹ ਹੋਇਆ ਸੀ, ਜਿਹੜੀਆਂ ਜਥੇਬੰਦੀਆਂ, ਵੱਡਾ ਸੰਯੁਕਤ ਮੋਰਚੇ ਦਾ ਇੱਕ ਅਹਿਮ ਅਹੁਦੇਦਾਰ ਚੜੂਨੀ ਸਾਹਿਬ ਜਿਹੜੇ ਸੀਗੇ, ਉਹ ਜੇਕਰ ਉਹਨਾਂ ਦਾ ਕਾਂਗਰਸ ਦੇ ਨਾਲ ਕਿਸੇ ਤਰੀਕੇ ਨਾਲ ਉਹਨਾਂ ਦਾ ਕੋਈ ਗੱਲਬਾਤ ਹੋਈ ਵੀ ਸੀਗੀ ਜਾ ਕੇ, ਤਾਂ ਉਹ ਉਸ ਤੋਂ ਬਾਅਦ ਵੱਡਾ ਵਿਵਾਦ ਖੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੋਂ ਤੱਕ ਕਿ ਸੰਯੁਕਤ ਮੋਰਚੇ ਤੋਂ ਬਾਹਰ ਕੱਢਣ ਦਾ ਵੀ ਉਹਨਾਂ ਨੇ ਐਲਾਨ ਕਰਤਾ ਸੀ। ਪਰ ਇੱਥੇ ਆ ਕੇ ਜਿਹੜਾ 26 ਜਨਵਰੀ ਆ ਜਾਂਦੀ ਹੈ। 26 ਜਨਵਰੀ ਦੇ ਦੌਰਾਨ ਜਿਹੜਾ ਉਹ ਵੱਡੇ ਲੈਵਲ ਦੇ ਉੱਤੇ ਹਿੰਸਾ ਹੁੰਦੀ ਹੈ, ਕਿਸਾਨਾਂ ਦੇ ਉੱਤੇ ਜਿਹੜਾ ਵੱਡੇ ਦੋਸ਼ ਲੱਗਦੇ ਨੇ, ਕਿਸਾਨਾਂ ਦਾ ਮਨੋਬਲ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਨੇ ਉਹ ਕਿਸਾਨ ਜਿਹੜੇ ਅੰਦੋਲਨ ਕਮਜ਼ੋਰ ਪੈਂਦਾ, ਕਿਸਾਨ ਜਿਹੜੇ ਨੇ ਉੱਥੋਂ ਨਿਕਲ ਕੇ ਆਪੋ ਆਪਣੇ ਘਰਾਂ ਨੂੰ ਤੁਰ ਪੈਂਦੇ ਨੇ। ਵੱਡਾ ਜਿਹੜਾ ਉਹ ਝਟਕਾ ਵੱਜਦਾ ਕਿਸਾਨ ਅੰਦੋਲਨ। ਜਿਹੜੇ ਕਿਸਾਨ ਪਹਿਲਾਂ ਬਹੁਤ ਜ਼ਿਆਦਾ ਸਰਕਾਰ ਦੇ ਉੱਤੇ ਹਾਵੀ ਪਏ ਸੀ, 11 ਦੌਰ ਦੀ ਜਿਹੜੀ ਗੱਲਬਾਤ ਜਿਹੜੀ ਸਰਕਾਰ ਨੂੰ ਕਰਨੀ ਪਈ, 2 ਆਪਣੀਆਂ ਮੱਦਾਂ ਵਾਪਸ ਲੈਣੀਆਂ ਪਈਆਂ ਉਹਦੇ ਵਿੱਚ, ਉਹ ਸਰਕਾਰ 26 ਜਨਵਰੀ ਤੋਂ ਬਾਅਦ ਜਿਹੜੀ ਉਹ ਹਾਵੀ ਹੋ ਗਈ। ਪਰ ਜਦੋਂ ਸਰਕਾਰ ਹਾਵੀ ਹੋਈ, ਕਿਸਾਨ ਕਮਜ਼ੋਰ ਹੋਏ, ਤਾਂ ਉਸ ਦੌਰਾਨ ਜਿਹੜੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਮੌਕਾ ਮਿਲ ਗਿਆ, ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਕਿਸਾਨਾਂ ਨੇ ਹਾਸ਼ੀਏ 'ਤੇ ਰੱਖੀਆਂ ਹੋਈਆਂ ਸੀ, ਉਹ ਸਿਆਸੀ ਪਾਰਟੀਆਂ ਨੂੰ ਲੱਗਿਆ ਵੀ ਹੁਣ ਮੌਕਾ ਹੈ, ਜੇ ਹੁਣ ਜਾ ਕੇ ਅਸੀਂ ਕਿਸਾਨਾਂ ਦੇ ਸਮਰਥਨ 'ਚ ਜਾ ਕੇ ਖੜੇ ਹੋ ਜਾਂਦੇ ਹਾਂ ਤਾਂ ਸਾਨੂੰ ਕੱਲ੍ਹ ਨੂੰ ਜਿਹੜਾ ਸਾਡੀ ਸਿਆਸੀ ਜ਼ਮੀਨ ਜਿਹੜੀ ਹੈ ਸਾਡੇ ਹੱਥੋਂ ਖੁੱਸ ਚੁੱਕੀ ਹੈ, ਸਾਡੇ ਹੇਠੋਂ, ਉਹ ਸਾਨੂੰ ਦੁਬਾਰਾ ਵਾਪਸ ਮਿਲ ਸਕਦੀ ਹੈ। ਲੋਕਾਂ ਦਾ ਸਮਰਥਨ ਸਾਡੇ ਨਾਲ ਵਾਪਸ ਆ ਜਾਏਗਾ ਕਿ ਇਹ ਸਾਡੇ ਨਾਲ ਖੜੇ ਨੇ। ਇਹੋ ਕੁਛ ਹੋਇਆ। ਇਹੋ ਕੁਛ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ। ਇਹੋ ਬਿਕਰਮ ਸਿੰਘ ਮਜੀਠੀਆ ਦਾ ਬਿਆਨ ਵੀ ਆ ਗਿਆ ਵੀ ਅਸੀਂ ਆਪਣੇ ਜਿਹੜੇ ਵਰਕਰਾਂ ਨੂੰ ਕਹਿਤਾ ਵੀ ਤੁਸੀਂ ਉੱਥੇ ਜਾਓ। ਇਹੋ ਕੁਛ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਦੂਜੀਆਂ ਪਾਰਟੀਆਂ ਨੇ, ਆਪਣਾ ਬੈਂਸ ਬ੍ਰਦਰ ਨੇ, ਚਾਹੇ ਤੁਸੀਂ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਹੁਣੀ ਵੀ ਜਾ ਕੇ ਮਿਲ ਕੇ ਆਏ ਨੇ, ਉਹਨਾਂ ਨੂੰ ਜਾ ਕੇ ਕਾਂਗਰਸ ਐਮਪੀ ਤਾਂ ਪਹਿਲਾਂ ਹੀ ਉੱਤੇ ਬੈਠੇ ਹੈਗੇ। ਚਲੋ ਇਹ ਤਾਂ ਉਹਨਾਂ ਦੇ ਪਹਿਲਾਂ ਵੀ ਨੇ, ਸਰਕਾਰੀ ਜੋ ਕਰ ਸਕ ਰਹੀ ਹੈ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਉਹ ਵੀ ਕਰ ਰਹੀ ਹੈ, ਪੰਜਾਬ ਸਰਕਾਰ ਵੀ। ਇੱਥੇ ਆ ਕੇ ਇੱਕ ਸਵਾਲ ਇੱਥੇ ਇਹ ਵੱਡਾ ਪੈਦਾ ਹੋ ਜਾਂਦਾ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਜਿਹੜੀ ਸੀ ਉਹ ਇਹ ਦੋਸ਼ ਲਾ ਰਹੀ ਸੀ ਕਿ ਇਹ ਤਾਂ ਜੀ ਸਾਡੀਆਂ ਵਿਰੋਧੀ ਪਾਰਟੀਆਂ ਦਾ ਗੱਠਜੋੜ ਇਕੱਠਾ ਹੋ ਕੇ ਸਾਡੇ ਵਿਰੁੱਧ ਜਿਹੜਾ ਇਹ ਪ੍ਰਚਾਰ ਕਰ ਰਿਹਾ। ਕਿਸਾਨ ਨਹੀਂ ਹੈਗੇ ਇਹ ਕਿਸਾਨ ਹੁੰਦੇ ਤਾਂ ਇਹ ਐਡੇ ਵੱਡੇ ਲੈਵਲ ਦਾ ਨਹੀਂ ਹੁੰਦਾ ਸੀਗਾ। ਤੇ ਉਸ ਦਾ ਜਿਹੜਾ ਕਾਊਂਟਰ ਜਿਹੜਾ ਕਰ ਰਹੇ ਸੀ ਉਹ ਕਿਸਾਨ ਇਹ ਕਹਿ ਕੇ ਕਰ ਰਹੇ ਸੀ ਸਾਡੇ ਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਦਾ ਅਸੀਂ ਸਮਰਥਨ ਨਹੀਂ ਲੈ ਰਹੇ, ਕਿਸੇ ਦਾ ਕੋਈ ਝੰਡਾ ਨਹੀਂ ਹੈ, ਕੁਛ ਨਹੀਂ ਹੈ। ਪਰ ਹੁਣ ਜਿਹੜਾ ਉਹ ਹਾਲਾਤ ਬਦਲੇ ਨੇ, ਸਿਆਸੀ ਪਾਰਟੀਆਂ ਦਾ ਸਮਰਥਨ ਵੀ ਆ ਰਿਹਾ, ਸਿਆਸੀ ਪਾਰਟੀਆਂ ਦੇ ਲੋਕ ਵੀ ਉੱਥੇ ਆ ਕੇ ਮਿਲ ਰਹੇ ਨੇ ਤੇ ਬਹੁਤ ਵੱਡਾ ਲੈਵਲ ਦਾ ਜਿਹੜਾ ਉਹ ਬਦਲਾਅ ਦੇਖਣ ਨੂੰ ਮਿਲ ਰਿਹਾ। ਤੇ ਇੱਥੇ ਆ ਕੇ ਜਿਹੜਾ ਉਹ ਜਦੋਂ ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਜਿਹੜੀ ਸੂਬੇ ਦੀ ਜਿਹੜੀ ਸਰਕਾਰ, ਜਿਹੜੇ ਕੇਂਦਰ ਦੀ ਜਿਹੜੀ ਸਰਕਾਰ ਹੈ, ਜਿਹੜੀ ਪਹਿਲਾਂ ਇਹ ਦੋਸ਼ ਲਾ ਕੇ ਕਿਸਾਨਾਂ ਦੇ ਉੱਤੇ ਪਹਿਲਾਂ ਹੀ ਦੋਸ਼ ਲਾ ਰਹੀ ਸੀ ਕਿ ਇਹ ਤਾਂ ਜੀ ਸਾਡੇ ਸਿਆਸੀ ਪਾਰਟੀਆਂ, ਵਿਰੋਧੀ ਪਾਰਟੀਆਂ ਦਾ ਜਿਹੜਾ ਉਹ ਗੱਠਜੋੜ ਹੈ, ਉਹ ਹੁਣ ਜਦੋਂ ਇਹ ਦੋਸ਼ ਲਾਊਗੀ ਤੇ ਇਹ ਸਾਬਤ ਕਰੂਗੀ ਵੀ ਫਲਾਣੀ ਜਗ੍ਹਾ ਦੇ ਉੱਤੇ ਉਹਨਾਂ ਦੇ ਐਲਾਨ ਕੀਤਾ ਤੇ ਬੰਦੇ ਜਾ ਰਹੇ ਨੇ, ਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਕਿਸਾਨਾਂ ਜਿਹੜਾ ਉਹ ਉਹਨਾਂ ਨੂੰ ਕਾਊਂਟਰ ਕਰਨਾ ਬੜਾ ਔਖਾ ਹੋ ਜਾਣਾ ਇਸ ਚੀਜ਼ ਦਾ। ਬਿਲਕੁਲ।
ਹੁਣ ਜੇਕਰ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੀ ਵੀ ਤੁਸੀਂ ਗੱਲ ਕੀਤੀ ਹੈ, ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਕਿ ਜਿਹੜੇ ਉੱਥੇ ਕਿਸਾਨ ਬੈਠੇ ਆ ਉਹਨਾਂ ਦੇ ਵਿੱਚੋਂ 26 ਜਨਵਰੀ ਦੇ ਵਿੱਚ ਕੁਝ ਕਿਸਾਨ ਮੁੰਡੇ ਜਿਹੜੇ ਆ ਉਹ ਲੱਭ ਨਹੀਂ ਰਹੇ, ਤਾਂ ਆਪਾਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੀਏ। ਤੁਸੀਂ ਦਿੱਲੀ ਆਓ, ਦਿੱਲੀ ਆ ਕੇ ਅਮਿਤ ਸ਼ਾਹ ਦੇ ਨਾਲ ਗੱਲਬਾਤ ਕਰੋ ਤੇ ਉਹਨਾਂ ਨੂੰ ਲੱਭੀਏ। ਤਾਂ ਹੁਣ ਪੰਜਾਬ ਸਰਕਾਰ ਇੱਕ ਵੱਡਾ ਫੈਸਲਾ ਲੈਂਦੀ ਹੈ, ਗੱਲਬਾਤ ਕਰਨ ਲਈ ਤਿਆਰ ਹੁੰਦੀ ਹੈ ਕੇਂਦਰ ਸਰਕਾਰ ਦੇ ਨਾਲ ਕਿ ਅਸੀਂ ਸੁਰੱਖਿਆ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਉਹਨਾਂ ਦੇ ਕੇਸ ਹੈ ਉਹ ਵੀ ਅਸੀਂ ਲੜਾਂਗੇ ਤੇ ਜ਼ਮਾਨਤਾਂ ਵੀ ਅਸੀਂ ਕਰਾਵਾਂਗੇ। ਇਹ ਇਕੱਲੀ ਤੁਸੀਂ ਆਪਾਂ ਇਹਨੂੰ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਨਾ ਦੇਖੀਏ ਆਪਾਂ ਸੁਖਵਿੰਦਰ ਜੀ, ਆਪਾਂ ਇਹਨੂੰ ਦੇਖੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਵੀ ਜਿਹੜਾ ਅੱਜ ਦੇ ਤੁਸੀਂ ਬਿਆਨ ਦੇ ਵਿੱਚ ਕੱਲ੍ਹ ਦੇ ਬਿਆਨ ਉਹਨਾਂ ਦਾ ਦੇਖੋ ਤਾਂ ਉਹ ਵੀ ਇਹਨਾਂ ਨੇ ਵੀ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਵੀ ਅਸੀਂ ਜਿੰਨੇ ਵੀ ਕੇਸ ਨੇ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨਾਂ ਦਾ ਸਾਰਾ ਖਰਚਾ ਚੱਕੇਗੀ, ਅਸੀਂ ਸਾਰਾ ਉਹਨਾਂ ਦੇ ਕੇਸ ਲੜਾਂਗੇ। ਦੂਜੀਆਂ ਪਾਰਟੀਆਂ ਵੀ ਕਹਿ ਰਹੀਆਂ ਨੇ, ਸਰਕਾਰ ਨੇ ਵੀ ਕਹਿ ਦਿੱਤਾ। ਫਿਰ ਗੱਲ ਉੱਥੇ ਆਉਂਦੀ ਹੈ ਕਿ ਜਿਹੜੀ ਸਿਆਸੀ ਜ਼ਮੀਨ ਸਿਆਸਤਦਾਨਾਂ ਦੇ ਹੇਠੋਂ ਖੁੱਸ ਚੁੱਕੀ ਸੀ, ਲੋਕਾਂ ਦਾ ਇੱਕ ਵੱਡਾ ਹਜੂਮ ਜਿਹੜਾ ਉਹ ਕਿਸਾਨਾਂ ਦੇ ਸਮਰਥਨ 'ਚ ਜਾ ਵੜਿਆ ਸੀਗਾ ਤੇ ਸਰਕਾਰ ਨਾਮ ਦੀ ਕਿਸੇ ਪਾਸੇ ਕੋਈ ਚੀਜ਼ ਨਜ਼ਰ ਹੀ ਨਹੀਂ ਆ ਰਹੀ ਸੀ, ਸਿਆਸਤ ਨਾਮ ਦੀ ਕਿਸੇ ਪਾਸੇ ਕੋਈ ਚੀਜ਼ ਨਜ਼ਰ ਹੀ ਨਹੀਂ ਆ ਰਹੀ ਸੀ। ਕੋਈ ਤੁਸੀਂ ਦੇਖੋ ਵੀ ਪਿਛਲੇ 2 ਮਹੀਨਿਆਂ ਦੇ ਦੌਰਾਨ ਕਿਸੇ ਸਿਆਸਤਦਾਨ ਦਾ ਕੋਈ ਬਿਆਨ ਜਾਂ ਕਿਸੇ ਸਿਆਸਤਦਾਨ ਦੀ ਕੋਈ ਐਕਟੀਵਿਟੀ ਨੂੰ ਕੋਈ ਲੋਕਾਂ ਨੇ ਦੇਖਣ ਜਾਂ ਸੁਣਨ 'ਚ ਕੋਈ ਦਿਲਚਸਪੀ ਲਈ? ਕਿਸੇ ਨੇ ਨਹੀਂ ਲਈ। ਜੇ ਉਹ ਦਿਲਚਸਪੀ ਨਹੀਂ ਲੈਂਦੇ ਸੀ ਤਾਂ ਇਹ ਸਾਰਿਆਂ ਦੀਆਂ ਸਿਆਸਤਦਾਨਾਂ ਦੀਆਂ ਜਿਹੜੀਆਂ ਸਰਗਰਮੀਆਂ ਸੀਗੀਆਂ ਉਹ ਘਟ ਗਈਆਂ ਸੀਗੀਆਂ। ਜਦੋਂ ਸਿਆਸਤਦਾਨਾਂ ਦੀਆਂ ਸਰਗਰਮੀਆਂ ਘਟ ਗਈਆਂ ਸੀਗੀਆਂ, ਕਿਸਾਨ ਹਾਵੀ ਹੋ ਚੁੱਕੇ ਸੀ ਤੇ ਹੁਣ ਜਦੋਂ ਕਿਸਾਨ ਕਮਜ਼ੋਰ ਹੋਏ ਨੇ ਇੱਥੇ ਜਾ ਕੇ, ਤਾਂ ਇਹਨਾਂ ਕੋਲੇ ਇਹੀ ਮੌਕਾ ਸੀਗਾ ਕਿ ਹੁਣ ਜਾ ਕੇ ਅਸੀਂ ਇਹਨਾਂ ਦਾ ਸਮਰਥਨ 'ਚ ਖੜਾਂਗੇ ਤਾਂ ਜਾ ਕੇ ਸਾਡੀ ਜਿਹੜੀ ਉਹ ਅੱਗੇ ਜਾ ਕੇ ਸਿਆਸਤ ਜਿਹੜੀ ਚੱਲ ਪਾਏਗੀ। ਅਦਰਵਾਈਜ਼ ਜਿਹੜਾ ਸਾਡਾ ਸਿਸਟਮ ਜਿਹੜਾ ਉਹ ਗੜਬੜ ਹੋ ਚੁੱਕਿਆ। ਤੇ ਇਹ ਨਾ ਹੋਵੇ ਜਿਸ ਤਰ੍ਹਾਂ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਇੱਕ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਸੀ, ਇਸੇ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਕੋਈ ਵੱਡੀ ਪਾਰਟੀ ਨਿਕਲ ਕੇ ਸਾਹਮਣੇ ਆ ਜਾਏ ਤੇ ਉਹ ਉਸ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਜਿਹੜੀ ਪਾਰਟੀ ਨਿਕਲੀ ਸੀ ਉਹਨੇ ਤਾਂ ਜਿਹੜੀ ਹਨੇਰੀ ਲਿਆਂਦੀ ਸੀ ਪੂਰੇ ਹਿੰਦੁਸਤਾਨ ਦੇ ਵਿੱਚ। ਤੇ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਸ ਹਨੇਰੀ ਕਿਸਾਨ ਅੰਦੋਲਨ 'ਚੋਂ ਨਿਕਲੀ ਪਾਰਟੀ ਦੀ ਹਨੇਰੀ ਦੇ ਵਿੱਚ ਸਾਡੀਆਂ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਉੱਡ ਕੇ ਜਿਹੜੀਆਂ ਉਹ ਕਿਸੇ ਐਸੀ ਜਗ੍ਹਾ 'ਤੇ ਚਲੀਆਂ ਜਾਣ ਜਿੱਥੋਂ ਮੁੜ ਕੇ ਉਹਨਾਂ ਦਾ ਨਾਮ ਨਿਸ਼ਾਨ ਖਤਮ ਹੋ ਜਾਏ। ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਉਹ ਕਿਸਾਨਾਂ ਦੇ ਸਮਰਥਨ ਵਿੱਚ ਪਹਿਲਾਂ ਵੀ ਰੌਲਾ ਪਾਉਂਦੇ ਆ ਰਹੇ ਸੀ, ਜਿਨ੍ਹਾਂ ਕੋਈ ਕਿਸਾਨਾਂ ਨੇ ਪਹਿਲਾਂ ਦੀ ਸੁਣੀ ਨਹੀਂ, ਲੇਕਿਨ ਹੁਣ ਕਿਸਾਨਾਂ ਦੀ ਕਿਸੇ ਨਾ ਕਿਤੇ ਮਜਬੂਰੀ ਬਣ ਚੁੱਕੀ ਹੈ, ਉਹ ਇਹਨਾਂ ਨੂੰ ਸੁਣ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਇਸ ਚੀਜ਼ ਨੂੰ ਜਿਹੜਾ ਬਦਲਾਅ ਨੂੰ ਉਹ ਬੀਜੇਪੀ ਜਿਹੜੀ ਆ ਉਹ ਇਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਨਹੀਂ ਕਰੇਗੀ। ਪਰ ਜੇ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਲੱਖਾਂ ਦਾ ਇਕੱਠ ਹੈ ਉੱਥੇ, ਕਿਸਾਨਾਂ ਨੇ ਮੰਗ ਨਹੀਂ ਕੀਤੀ ਕਿ ਸਾਨੂੰ ਸਿਕਿਉਰਿਟੀ ਦਿਓ। ਪੰਜਾਬ ਸਰਕਾਰ ਇੱਕ ਪਾਸੇ ਕਹੀ ਇਹਨਾਂ ਨੂੰ ਸਿਕਿਉਰਿਟੀ ਦਿਓ, ਕੇਂਦਰ ਸਰਕਾਰ ਸਿਕਿਉਰਿਟੀ ਦੇ ਵਿੱਚ ਸਾਰਾ ਖਰਚਾ ਅਸੀਂ ਦੇਵਾਂਗੇ। ਜਿਵੇਂ ਕਿ ਜੇਕਰ ਉਹ ਸਿਕਿਉਰਿਟੀ ਦਿੰਦੇ ਆ ਤਾਂ ਹੁਣ ਵੀ ਤਾਂ ਉਹਨਾਂ ਨੇ ਦਿੱਤੀ ਹੋਈ ਹੈ, ਜਿਹੜੀ ਉੱਥੇ ਫੋਰਸ ਲੱਗੀ ਹੋਈ ਆ। ਰੋਕ ਤਾਂ ਉਹ 150 ਜਿਹੜੇ ਗੁੰਡੇ ਪਰਸੋਂ ਆਏ ਆ ਜਾਂ ਚੌਥੇ ਆਏ ਆ, ਰੋਕ ਤਾਂ ਉਹਨਾਂ ਨੂੰ ਫਿਰ ਵੀ ਨਹੀਂ ਸਕੇ। ਤਾਂ ਫਿਰ ਉਹ ਸਿਕਿਉਰਿਟੀ ਦੇ ਨਾਲ ਹੋਵੇਗਾ ਕੀ? ਕਿਸਾਨਾਂ ਨੇ ਤਾਂ ਮੰਗੀ ਵੀ ਨਹੀਂ। ਤੁਹਾਨੂੰ ਇਹੀ ਕਹਿ ਰਹੇ ਹਾਂ ਜੀ, ਇਸ ਟਾਈਮ ਨਹੀਂ, ਆਪਾਂ ਅਗਰ ਦੇਖਿਆ ਜਾਵੇ ਨਾ, ਜਦੋਂ ਤੋਂ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਹਾਲਾਤ ਇੱਥੇ ਉਹ ਬਣ ਚੁੱਕੇ ਨੇ। ਮਜ਼ਾਕੀਆ ਲਹਿਜੇ 'ਚ ਗੱਲ ਕਰਨ ਦੀ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਬੋਲਣਾ ਵੀ ਇਹ, ਕਿ ਇੱਕ ਬੰਦਾ ਤਾਂ ਕੋਲ ਖੜਾ ਤੁਹਾਡੇ ਚਪੇੜਾ ਮਾਰੀ ਜਾ ਰਿਹਾ ਤੇ ਤੁਸੀਂ ਕਹਿੰਦੇ ਨਹੀਂ ਮੈਂ ਤੁਹਾਡੇ ਨਾਲ ਆ, ਨਹੀਂ ਮੈਂ ਤਾਂ ਤੁਹਾਡੇ ਨਾਲ ਆ ਜੀ। ਉਹ ਫਿਰ ਚਪੇੜ ਮਾਰਦਾ, ਉਹ ਕਹਿੰਦਾ ਨਹੀਂ ਮੈਂ ਤਾਂ ਤੁਹਾਡੇ ਨਾਲ ਆ ਜੀ। ਉਹ ਕਹਿੰਦਾ ਮੈਂ ਤੈਨੂੰ ਧੱਕਾ ਮਾਰੂ, ਤੂੰ ਮੇਰੇ ਨਾਲ ਨੇੜੇ ਨਹੀਂ ਆਉਣਾ। ਕਹਿੰਦਾ ਵੀਰੇ ਮੈਂ ਤਾਂ ਤੇਰਾ ਹੀ ਆ ਯਾਰ। ਇਹ ਹਾਲਾਤ ਸਿਆਸੀ ਪਾਰਟੀਆਂ ਦੇ ਬਣ ਚੁੱਕੇ ਸੀਗੇ। ਕਿਸਾਨ ਉਹਨਾਂ ਨੂੰ ਕਹਿੰਦੇ ਸੀ ਵੀ ਅਸੀਂ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਉਹ ਕਹਿੰਦੇ ਸੀ ਇਹ ਬੇਈਮਾਨ ਨੇ, ਇਹਨਾਂ ਨੇ ਸਾਡੇ ਤੇ ਰਾਜ ਕੀਤਾ, ਸਾਨੂੰ ਲੁੱਟਿਆ, ਸਾਨੂੰ ਕੁੱਟਿਆ, ਸਾਡੇ ਤੋਂ ਟੈਕਸ ਲਿਆ, ਸਾਡਾ ਕੱਖ ਨਹੀਂ ਜਿਹੜਾ ਬਣਿਆ। ਅੱਜ ਜਿਹੜੇ ਹਾਲਾਤਾਂ 'ਚ ਅਸੀਂ ਬੈਠੇ ਹਾਂ ਉਹ ਸਾਰਿਆਂ ਦਾ ਸਾਰਾ ਇਹ ਸਿਆਸਤਦਾਨਾਂ ਦੀ ਬਦੌਲਤ ਬੈਠੇ ਹਾਂ। ਪਰ ਫਿਰ ਵੀ ਸਿਆਸਤਦਾਨ ਇਹ ਕਹਿੰਦੇ ਸੀ ਵੀ ਅਸੀਂ ਤਾਂ ਤੁਹਾਡੇ ਨਾਲ ਹਾਂ ਜੀ, ਅਸੀਂ ਤਾਂ ਤੁਹਾਡੇ ਨਾਲ ਹਾਂ ਜੀ। ਉਹ ਕੁੱਟੀ ਆ ਰਹੇ ਸੀ, ਉਹ ਕਹਿ ਰਹੇ ਸੀ ਵੀ ਨਹੀਂ ਜੀ ਅਸੀਂ ਤਾਂ ਤੁਹਾਡੇ ਨਾਲ ਹਾਂ ਜੀ। ਇਹ ਹਾਲਾਤ ਪਹਿਲਾਂ ਸੀਗੇ। ਹੁਣ ਜਿਹੜੇ ਨੇ ਹਾਲਾਤ ਉਹ ਬਦਲੇ ਨੇ। ਹੁਣ ਜਿਹੜੇ ਕਿਸਾਨ ਨੇ ਉਹ ਚੁੱਪ ਨੇ, ਉਹ ਇਹ ਨਹੀਂ ਕਹਿ ਰਹੇ ਵੀ ਅਸੀਂ ਸਮਰਥਨ ਨਹੀਂ ਲਵਾਂਗੇ ਨਹੀਂ ਲਵਾਂਗੇ, ਉਹ ਚੁੱਪ ਨੇ। ਉਹਨਾਂ ਦੀ ਚੁੱਪੀ ਜਿਹੜੀ ਆ ਉਹ ਸਿਆਸਤਦਾਨਾਂ ਨੂੰ ਉਹਨਾਂ ਵੱਲ ਜਿਹੜੀ ਆ ਉਹ ਧੱਕ ਰਹੀ ਆ, ਉਹ ਪੁਸ਼ ਕਰਦੇ ਹੋਏ ਉਹਨਾਂ ਵੱਲ ਜਾ ਰਹੇ ਨੇ। ਤੇ ਇੱਕ ਟਾਈਮ ਐਸਾ ਆਉਣਾ ਕਿ ਸਿਆਸਤਦਾਨ ਜਿਹੜੇ ਨੇ ਉਹ ਉਹਨਾਂ 'ਤੇ ਹਾਵੀ ਹੋ ਕੇ ਫਿਰ ਉਹੀ ਕੁਝ ਹੋਣਾ ਜਿਹੜੀ ਚੀਜ਼ ਜਿਹੜੀ ਆ ਉਹ ਕਿਸਾਨਾਂ ਨੇ ਰੋਕਣੀ ਚਾਹੀ ਸੀ ਵੀ ਇਹ ਸਿਆਸਤਦਾਨ ਹਾਵੀ ਨਾ ਹੋਣ। ਹੁਣ ਵੀ ਜਿਹੜਾ ਇਹ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਇਸ ਦੇ ਉੱਤੇ ਜਿਹੜਾ ਆਤਮ ਮੰਥਨ ਕਰਨ ਦੀ ਲੋੜ ਆ ਉਹਨਾਂ ਨੂੰ, ਕਿ ਜਿਹੜੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਰੋਕਿਆ, ਜਿਹੜੀ ਸਿਆਸਤਦਾਨਾਂ ਨੂੰ ਅਸੀਂ ਰੋਕਿਆ ਸੀ, ਜਿਸ ਮਕਸਦ ਨਾਲ ਰੋਕਿਆ ਸੀ, ਉਹ ਮਕਸਦ ਤਾਂ ਅੱਜ ਫੇਰ ਜਿਹੜਾ ਉਸ ਚੀਜ਼ ਨੂੰ ਤਾਂ ਅੱਜ ਫੇਰ ਸਾਡੇ ਤੇ ਹਾਵੀ ਹੋ ਰਹੀ ਹੈ। ਤੇ ਜੇਕਰ ਉਹੀ ਸਿਆਸਤਦਾਨਾਂ ਦੀ ਮਦਦ ਲੈ ਕੇ ਅਸੀਂ ਇਹ ਅੰਦੋਲਨ ਨੂੰ ਚਲਾਉਣਾ ਹੈ
ਜਿਨ੍ਹਾਂ ਸਿਆਸਤਦਾਨਾਂ ਨੇ ਸਾਡੇ ਨਾਲ ਜਿਹੜਾ ਪਿਛਲੇ 72 ਸਾਲ ਦੇ ਉੱਤੋਂ ਸਾਡੇ ਤੇ ਰਾਜ ਵੀ ਕੀਤਾ, ਸਾਨੂੰ ਲੁੱਟਿਆ ਕੁੱਟਿਆ, ਸਾਡੇ ਤੋਂ ਟੈਕਸ ਲਿਆ, ਅੱਜ ਜਿਨ੍ਹਾਂ ਦੇ ਹਾਲਾਤਾਂ ਦੇ ਕਰਕੇ ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਬੈਠੇ ਹਾਂ, ਉਹਨਾਂ ਦੇ ਸਮਰਥਨ ਨਾਲ ਹੀ ਅਸੀਂ ਇਹ ਕਾਨੂੰਨ ਵਾਪਸ ਕਰਾਉਣੇ ਨੇ ਤਾਂ ਫਿਰ ਇਹ ਤਾਂ ਕਾਨੂੰਨ ਜਿਹੜੇ ਉਹ ਕੱਲ੍ਹ ਨੂੰ ਆ ਕੇ ਫਿਰ ਦੂਜੇ ਆ ਜਾਣਗੇ, ਫਿਰ ਉਹਨਾਂ ਹਾਲਾਤਾਂ ਦੇ ਵਿੱਚ ਹੀ ਅਸੀਂ ਰਹਿਣਾ। ਹਾਲਾਤ ਨਹੀਂ ਬਦਲਣਗੇ, ਕਾਨੂੰਨ ਬੇਸ਼ੱਕ ਬਦਲ ਜਾਣਗੇ, ਹਾਲਾਤ ਫਿਰ ਵੀ ਨਹੀਂ ਬਦਲਣੇ ਮੇਰੇ ਹਿਸਾਬ ਨਾਲ। ਜੇ ਇਹੋ ਕੁਛ ਰਿਹਾ ਤਾਂ ਜਿਹੜੇ ਨੇ ਕਾਨੂੰਨ ਭਾਵੇਂ ਵਾਪਸ ਹੋ ਜਾਣ, ਸਿਆਸਤਦਾਨ ਉਹੀ ਰਹਿਣਗੇ, ਉਹੀ ਉਹਨਾਂ ਦੇ ਫੈਸਲੇ ਹੋਣਗੇ, ਉਹੀ ਕੁਛ ਜਿਹੜੇ ਕਿਸਾਨਾਂ ਦੇ ਹਾਲਾਤ ਰਹਿਣਗੇ, ਕਿਸਾਨਾਂ ਦੇ ਹਾਲਾਤ ਬਦਲ ਨਹੀਂ ਸਕਣਗੇ। ਕਿਸਾਨਾਂ ਨੂੰ ਇਹ ਇੱਕ ਜਿਹੜਾ ਝਟਕਾ ਹੈ, ਇਸ ਦੇ ਵਿੱਚ ਆਤਮ ਮੰਥਨ ਕਰਨ ਦੀ ਲੋੜ ਹੈ। ਸਿਆਸਤਦਾਨਾਂ ਤੋਂ ਜਿਹੜਾ ਜੇਕਰ ਉਹ ਦੂਰੀ ਬਣਾ ਕੇ ਰੱਖਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਦਾ ਅੰਦੋਲਨ ਸਫਲ ਰਹੇਗਾ, ਉਹ ਕੁਛ ਖਟ ਜਾਣਗੇ। ਜੇਕਰ ਸਿਆਸਤਦਾਨਾਂ ਦੇ ਸਮਰਥਨ ਦੇ ਨਾਲ ਹੀ ਜਿਹੜੇ ਉਹ ਸੁਰੱਖਿਆ ਲੈਣ ਦੀ ਤੁਸੀਂ ਗੱਲ ਕਰ ਰਹੇ ਹੋ, ਜੇ ਸੁਰੱਖਿਆ ਦੀ ਲੈਣ ਦੀ ਗੱਲ ਕਰ ਰਹੇ ਹੋ ਤੁਸੀਂ, ਤਾਂ ਸੁਰੱਖਿਆ ਤਾਂ ਉਹਨਾਂ ਕੋਲ ਪਹਿਲਾਂ ਵੀ ਹੈਗੀ ਹੈ। ਜਿਹੜੇ ਸੁਰੱਖਿਆ ਉਹਨਾਂ ਕੋਲੋਂ ਲੈ ਰਹੇ ਨੇ ਵੀ ਅਸੀਂ ਪੈਸਾ ਦੇ ਕੇ ਉਹਨਾਂ ਤੋਂ ਸੁਰੱਖਿਆ ਲੈ ਲੈਂਦੇ ਹਾਂ ਜੀ, ਅਸੀਂ ਪੈਸਾ ਪਿਆ ਕਰਾਂਗੇ, ਪਰ ਆਰਡਰ ਤਾਂ ਉਹਨਾਂ ਨੇ ਜਿਹੜੇ ਕੇਂਦਰ ਸਰਕਾਰ ਦੀ ਮੰਨਣੇ ਨੇ। ਜੇ ਉਹ ਤੈਨਾਤ ਕਰਨਗੇ, ਹੁਕਮ ਤਾਂ ਉਹਨਾਂ ਨੇ ਕੇਂਦਰ ਸਰਕਾਰ ਦਾ ਮੰਨਣਾ, ਪੈਸਾ ਨੋ ਡਾਊਟ ਦੇ ਦੇਣਗੇ, ਪਰ ਹੁਕਮ ਤਾਂ ਉਹਨਾਂ ਨੇ ਕੇਂਦਰ ਸਰਕਾਰ ਦਾ ਮੰਨਣਾ। ਜੇ ਪਿੱਛੋਂ ਬੀਜੇਪੀ ਦੇ ਜਾਂ ਵਟਐਵਰ ਜੋ ਵੀ ਗੁੰਡੇ ਉੱਥੇ ਆ ਕੇ ਖੜੇ ਹੋ ਜਾਂਦੇ ਨੇ, ਤਾਂ ਉਹ ਉਹਨਾਂ ਨੂੰ ਰੋਕਣਗੇ ਨਹੀਂ ਰੋਕਣਗੇ, ਇਹ ਆਰਡਰ ਤਾਂ ਜਿਹੜੇ ਉੱਪਰ ਉਹਨਾਂ ਨੇ ਦੇਣੇ ਨੇ। ਤੇ ਫਿਰ ਉਹ ਉੱਥੇ ਪੈਸਾ, ਪੰਜਾਬ ਸਰਕਾਰ ਦਾ ਪੈਸਾ ਕੀ ਕੰਮ ਕਰੂਗਾ, ਜਾਂ ਉੱਥੇ ਜਿਹੜੀ ਆ ਉਹ ਸਰਕਾਰ ਜਿਹੜੀ ਕਿਸਾਨਾਂ ਦੀ ਸੁਰੱਖਿਆ ਦਾ ਕੀ ਬਣੂਗਾ? ਇਹ ਕੁਛ ਨਹੀਂ ਹੋਣਾ। ਇਹ ਜੋ ਕੁਛ ਵੀ ਹੋ ਰਿਹਾ ਸਿਰਫ ਤੇ ਸਿਰਫ ਇੱਕ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਸੀਂ ਤੁਹਾਡੇ ਨਾਲ ਆ। ਪਬਲਿਕਲੀ ਜਿਹੜੀ ਸਾਰੇ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਅਸੀਂ ਦੇਖੋ ਜੀ, ਅਸੀਂ ਕਿਸਾਨਾਂ ਦੇ ਨਾਲ ਆ। ਇੱਕ ਸਿਆਸੀ ਜ਼ਮੀਨ ਜਿਹੜੀ ਆ ਉਹ ਸਿਆਸਤਦਾਨਾਂ ਤੋਂ ਜਿਹੜੇ ਨੀਚੋਂ ਨਿਕਲ ਗਈ ਸੀ, ਉਸ ਨੂੰ ਵਾਪਸ ਹਾਸਲ ਕਰਨ ਦੀ ਜਿਹੜੀ ਹੈ ਇੱਕ ਆਖਰੀ ਕੋਸ਼ਿਸ਼ ਹੈ ਇਹ। ਹੁਣ ਸਰਵਣ ਸਿੰਘ ਪੰਧੇਰ ਦਾ ਵੀ ਵੱਡਾ ਬਿਆਨ ਆਇਆ ਮੀਟਿੰਗ ਨੂੰ ਲੈ ਕੇ, ਕਹਿੰਦੇ ਜੇਕਰ ਗੱਲਬਾਤ ਕਰਨ ਦੀ ਮੀਟਿੰਗ ਜੇ ਸਰਕਾਰ ਤਿਆਰ ਹੈ ਤਾਂ ਅਸੀਂ ਵੀ ਗੱਲਬਾਤ ਕਰਨ ਨੂੰ ਤਿਆਰ ਹਾਂ। ਤਾਂ ਉਧਰੋਂ ਮੋਦੀ ਹੁਣੀ ਵੀ ਇਹੀ ਗੱਲ ਕਹਿ ਰਹੇ ਆ ਕਿ ਜੇਕਰ ਕਿਸਾਨ ਸਾਡੇ ਨਾਲ ਗੱਲਬਾਤ ਕਰਨਗੇ ਤਾਂ ਅਸੀਂ ਤਿਆਰ ਹਾਂ। ਤਾਂ ਦੂਜੇ ਪਾਸੇ ਜਿਹੜੇ ਹਰਜੀਤ ਗਰੇਵਾਲ ਹੁਣੀ ਆ, ਉਹ ਇਹੀ ਗੱਲ ਕਹੀ ਜਾਂਦੇ ਆ ਵਾਰ-ਵਾਰ ਕਿ ਗੱਲਬਾਤ ਕਰਨ ਦੀ ਰਾਹ ਖੁੱਲ੍ਹਾ ਪਰ ਕਾਨੂੰਨ ਰੱਦ ਨਹੀਂ ਹੋਣੇ। ਦੇਖੋ, ਇਸ ਤਰ੍ਹਾਂ ਹੈ ਕਿ ਇਹ ਬੀਜੇਪੀ ਨੇ ਪਾਰਲੀਮੈਂਟ ਦੇ ਵਿੱਚ ਵੀ ਬਿਆਨ ਦੇ ਦਿੱਤਾ। ਹਰਜੀਤ ਗਰੇਵਾਲ ਹੁਣੀ ਤਾਂ ਬਹੁਤ ਛੋਟੇ ਲੈਵਲ ਦੇ ਉੱਤੇ ਨੇ। ਪਾਰਲੀਮੈਂਟ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਕਹਿ ਰਿਹਾ ਹੋਵੇ, ਨਰਿੰਦਰ ਸਿੰਘ ਤੋਮਰ ਕਹਿ ਰਹੇ ਹੋਣ, ਅਮਿਤ ਸ਼ਾਹ ਕਹਿ ਰਹੇ ਹੋਣ, ਤਾਂ ਮੈਨੂੰ ਨਹੀਂ ਲੱਗਦਾ ਕਿ ਹੇਠਲੇ ਲੈਵਲ ਦੇ ਆਪਾਂ ਨੂੰ ਕੋਈ ਚਰਚਾ ਕਰਕੇ ਆਪਾਂ ਨੂੰ ਕੋਈ ਫਾਇਦਾ ਹੋਣਾ ਹੈ। ਜਦੋਂ ਵੱਡੇ ਲੈਵਲ ਦੇ ਉੱਤੋਂ ਫੈਸਲਾ ਹੋਇਆ ਹੋਵੇ ਕਿ ਅਸੀਂ ਕਾਨੂੰਨ ਵਾਪਸ ਨਹੀਂ ਕਰਾਂਗੇ, ਤਾਂ ਉਸ ਦੇ ਉੱਤੇ ਜਿੰਨੇ ਮਰਜ਼ੀ ਲੋਕ ਜਿਹੜੇ ਹੇਠਾਂ ਦੇ ਲੈਵਲ ਦੇ ਉੱਤੇ ਬੰਦੇ ਕਹੀ ਜਾਣ ਵੀ ਅਸੀਂ ਕਾਨੂੰਨ ਵਾਪਸ ਹੋ ਜਾਣਗੇ, ਅਸੀਂ ਇਹ ਕਰ ਲਾਂਗੇ, ਗੱਲਬਾਤ ਦਾ ਰਾਹ ਖੁੱਲ੍ਹਾ ਹੈ। ਗੱਲਬਾਤ ਕਰਕੇ 11 ਦੌਰ ਦੇ ਵਿੱਚ ਆਪਾਂ ਨੇ ਹੁਣ ਤੱਕ ਕੀ ਹਾਸਲ ਕਰ ਲਿਆ? ਉੱਥੇ ਤੁਹਾਨੂੰ ਹਰ ਵਾਰ ਗੱਲਬਾਤ ਲਈ ਬੁਲਾਉਂਦੇ ਨੇ, टेबल के उत्ते बैठ जाते हैं, कानून बहुत अच्छे हैं जी, कानून आपको समझ में नहीं आ रही। हुण मैनूं नहीं पता भी वो किहड़े ग्रह तो उतरे हुए ने, किहड़ी भाषा बोल रहे हैं, जिहड़ी इन्हां नूं समझ नहीं आ रही किसानां नूं। किसान कहते हैं भी सानूं कानून चाहिए नहीं, वो कहते नहीं आपके लिए अच्छे हैं। वो अच्छे कैसे हैं? जिन्हां लिए बनाया जा रहा है उन्होंने भी सुनो। वो कहते पता नहीं किहड़े ग्रह तो आई है, वो बंदे किहड़े ग्रह तो आए ने जिन्हां ने कानून बनाए ने, किहड़ी भाषा दे विच बनाए ने, जिहड़े किसानां नूं समझ नहीं आ रहे, उन्हां दी उही भाषा रहिंदी है। 11 दौर की गलबात हुई है, सिर्फ तो सिर्फ एक चीज़ जिहड़ी आ वो कढ रहे ने कि आने वाले समय दे विच वो जिहड़ा वाढी दा समा आउणा, जदों उदों तक ये चलना है सारा सिस्टम। जब दोबारा जिहड़ी है जिहड़ा उहदे च फसल बदलण दा समा आना है उदों तक, जे क्योंकि उस समय के दौरान जिहड़ा किसानां नूं अपने 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 खेतों की पै जानी, अपनी अपनी फसलों की पै जानी है। तो ये उस टाइम समा कढ रहे हैं भी इन्ना समा निकल जे, उस समय तक ये गलबात अगला दौर अगला दौर अगला दौर कर रहे हैं। विच जदों किसान जिहड़े अपना हमला मारदे ने, 26 जनवरी वाला मारिया सीगा, ते उदों जिहड़ा इन्हां ने अपनी दूजी चाल चलती, तां उदों तक ये गलबात नूं लमकाउणा चाहुंदे ने भी किसान आप ही भज जाण किसी ना किसी तरीके भी। क्योंकि जदों एक बार किसान अंदोलन जदों विचों निकल के लोग अपनी अपनी फसलों कनी चले गए, तो पिछों जिहड़े चंद रह जाणगे उन्हां नूं असीं दब लांगे। जिवें गाजीपुर च होया, गाजीपुर दे विच ज्यों ही उत्थों जिहड़ी पब्लिक निकली, उत्थों गाजीपुर अंदोलन जिहड़ा बॉर्डर जिहड़ा कमज़ोर पिया, तो नाल दी नाल जिहड़े उत्थे देखो की हालात होए, जिहड़ा उन्होंने खाली करन दे ऑर्डर दिते, उत्थे मारकुट होई, रौला पै गया, बुरे जिहड़े हालातां दे विच फस चुका सी। इहो कुछ आउण वाले समय दे विच होना। जेकर कोई भी बॉर्डर कमज़ोर हुंदा तां उहदे विच गाजीपुर नूं ध्यान रखण, वो पहलां सब तो पहलां गाजीपुर नूं ध्यान रखण कि जेकर कोई भी बॉर्डर आपां कमज़ोर करदे हां। अज आपां हालात एक कुछ लोग जिहड़े उत्थों निकल के गए वो वापस क्यों चले गए? क्योंकि सानूं साडे भरावां दी लोड़ है। पर इत्थे एक चीज़ मैनूं होर जिहड़ी आ वो सता रही है जिहड़े मन नूं मेरे नूं, वो ये है कि राकेश टिकैत हुणां ने बेशक जिहड़ा वो बड़ा वड्डी जिहड़ी वो अज दी डेट दे विच वो हीरो ने,
ਉਹਨਾਂ ਦੀ ਇੱਕ ਜਿਹੜੀ ਆ ਉਹ 10 ਮਿੰਟ ਦੇ ਜਿਹੜੇ ਜਜ਼ਬਾਤ ਸੀਗੇ, ਉਹਨਾਂ ਨੇ ਪੂਰੇ ਜਿਹੜੇ ਦੇਸ਼ ਦੇ ਕਿਸਾਨਾਂ ਨੂੰ ਜਿਹੜਾ ਇਕਮੁੱਠ ਕਰ ਦਿੱਤਾ। ਪਰ ਜਿਸ ਤਰੀਕੇ ਨਾਲ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਨੇ, ਉਹ ਕਿਤੇ ਨਾ ਕਿਤੇ ਜਿਹੜੇ ਆ ਉਹ ਚਿੰਤਾ 'ਚ ਪਾਉਂਦੇ ਨੇ ਕਿ ਇਹ ਸਰਕਾਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਿਹੜਾ ਉਹ ਸਰਕਾਰ ਨੂੰ ਖੁਸ਼ ਕਰਨ ਵਾਲਾ ਵੀ ਜਿਹੜਾ ਮੈਨੂੰ ਕਈ ਵਾਰ ਉਹ ਲੱਗ ਜਾਂਦਾ ਹੁੰਦਾ ਵੀ ਇਹ ਬਿਆਨ ਕਿਤੇ ਨਾ ਕਿਤੇ ਸਰਕਾਰ ਨੂੰ ਖੁਸ਼ ਤਾਂ ਨਹੀਂ ਕਰ ਰਿਹਾ ਇਹ ਚੀਜ਼ ਜਿਹੜੀ ਹੈ। ਹੁਣ ਇਹਦੇ ਪਿੱਛੇ ਰਾਕੇਸ਼ ਟਕੈਤ ਉਹਨਾਂ ਦੀ ਕੀ ਸੋਚ ਹੈ, ਇਹ ਉਹ ਦੱਸ ਸਕਦੇ ਨੇ। ਕੀ ਉਹ ਇਹ ਚਾਹੁੰਦੇ ਨੇ ਵੀ ਕਾਨੂੰਨ ਵਾਪਸ ਹੋ ਜਾਣ ਤੇ ਸਰਕਾਰ ਨੂੰ ਦੇ ਵਿਚਲਾ ਰਾਹ ਲੱਭੇ, ਵੀ ਲੜਾਈ ਵੀ ਨਾ ਹੋਵੇ ਤੇ ਕਾਨੂੰਨ ਵੀ ਜਿਹੜੇ ਆ ਵਾਪਸ ਹੋ ਜਾਣ? ਕੀ ਉਹਨਾਂ ਦੀ ਇਹ ਸੋਚ ਹੈ ਜਾਂ ਇਹ ਕੁਝ ਹੋਰ ਸੋਚ ਹੈ? ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਿਆ। ਕਿਹੜੇ ਬਿਆਨਾਂ ਦੀ ਤੁਸੀਂ ਗੱਲ? ਜਿਸ ਤਰ੍ਹਾਂ ਰਾਕੇਸ਼ ਟਕੈਤ ਹੋਣਾ ਦਾ ਹੁਣ ਪਿੱਛੇ ਜੇ ਬਿਆਨ ਆਇਆ ਸੀਗਾ ਕਿ ਜੇਕਰ ਸਰਕਾਰ ਜਿਹੜੀ ਹੈ ਕਾਨੂੰਨ ਵਾਪਸ ਲੈਂਦੀ ਹੈ ਤਾਂ ਉਹ ਅਸੀਂ ਜਿਹੜਾ ਸਰਕਾਰ ਦਾ ਹਰ ਤਰੀਕੇ ਨਾਲ ਸਮਰਥਨ ਕਰਨ ਨੂੰ ਤਿਆਰ ਹਾਂ, ਸਾਡੀ ਕੋਈ ਸਰਕਾਰ ਨਾਲ ਦੁਸ਼ਮਣੀ ਨਹੀਂ ਹੈਗੀ। ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਹੋਰ ਨਿਕਲ ਕੇ ਵੀ ਸਾਹਮਣੇ ਆਈਆਂ ਸੀ। ਮੈਂ ਜਿਹੜੀਆਂ ਮੀਡੀਆ ਦੇ ਰਾਹੀਂ ਜਿਹੜੀਆਂ ਬਿਆਨ ਨਿਕਲ ਕੇ ਸਾਹਮਣੇ ਆਏ ਨੇ, ਉਹ ਇਸ ਤਰ੍ਹਾਂ ਦੇ ਬਿਆਨ ਨਿਕਲ ਕੇ ਸਾਹਮਣੇ ਆਏ ਨੇ ਕਿ ਅਸੀਂ ਉਸ ਚੀਜ਼ ਨੂੰ ਇੰਟਰਪ੍ਰੇਟ ਜਿਹੜੇ ਨੇ, ਉਹ ਜਿਹੜੇ ਬਾਹਰ ਬੈਠੇ ਬੰਦੇ ਨੇ ਨਾ ਇੰਟਰਪ੍ਰੇਟਰ, ਉਹਨੂੰ ਉਹ ਹੋਰ ਢੰਗ ਨਾਲ ਕਰਦੇ ਨੇ ਵੀ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਗਲਤ ਪਾਸੇ ਵੱਲ ਤਾਂ ਨਹੀਂ ਮੁੜ ਰਿਹਾ ਕੋਈ ਮੋੜ ਜਿਹੜਾ ਹੈਗਾ। ਇਹ ਹੁਣ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਨੇ ਉਹ ਰਾਕੇਸ਼ ਟਕੈਤ ਹੋਣੀ ਦੱਸ ਸਕਦੇ ਨੇ ਵੀ ਉਹਨਾਂ ਦੇ ਦਿਮਾਗ 'ਚ ਕੀ ਹੈ, ਕਿਉਂਕਿ ਉਹ ਵੱਡੇ ਲੀਡਰ ਨੇ, ਉਹਨਾਂ ਦੀ ਸੋਚ ਜਿਹੜੀ ਆਪਣੀ ਹੈਗੀ ਆ। ਕੀ ਪਤਾ ਉਹ ਇਹ ਸੋਚ ਰਹੇ ਹੋਣ ਕਿ ਇਹ ਅੰਦੋਲਨ ਜਿਹੜਾ ਇਹ ਸ਼ਾਂਤਮਈ ਢੰਗ ਦੇ ਨਾਲ ਰਹੇ, ਸਰਕਾਰ ਨੂੰ ਵੀ ਇਹਦੇ ਨਾਲ ਐ ਨਾ ਲੱਗੇ ਵੀ ਅਸੀਂ ਟੋਟਲ ਜਿਹੜੇ ਕਿਸਾਨ ਜਿਹੜੇ ਨੇ ਸਰਕਾਰ ਦੇ ਵਿਰੁੱਧ ਹੀ ਨੇ। ਸਰਕਾਰ ਦੇ ਵਿਰੁੱਧ ਨਹੀਂ ਹੈਗੇ, ਉਹਨਾਂ ਦੇ ਫੈਸਲਿਆਂ ਦੇ ਵਿਰੁੱਧ ਨੇ, ਜਿਹੜੇ ਫੈਸਲੇ ਉਹਨਾਂ ਵੱਲੋਂ ਲਏ ਗਏ ਨੇ। ਜੇਕਰ ਉਹ ਸਰਕਾਰ ਇਹ ਕਾਨੂੰਨ ਰੱਦ ਕਰ ਦਿੰਦੀ ਹੈ ਤਾਂ ਅੱਜ ਵੀ ਜਿਹੜੇ ਆ ਉਹ ਇਹਨਾਂ ਦੀ ਕੋਈ ਲੜਾਈ ਨਹੀਂ ਹੈਗੀ ਉਹਨਾਂ ਨਾਲ। ਪਰ ਸਰਕਾਰ ਨੇ ਹਾਲਾਤ ਇਸ ਤਰ੍ਹਾਂ ਦੇ ਪੈਦਾ ਕਰਤੇ ਕਿ ਜਿਹੜੇ ਕਿਸਾਨਾਂ ਨੇ ਜਿਹੜੇ ਜਵਾਨਾਂ ਨੂੰ, ਉੱਥੇ ਖੜੇ ਪੁਲਿਸ ਦੇ ਜਵਾਨਾਂ ਨੂੰ ਲੰਗਰ ਛਕਾਇਆ, ਉਹਨਾਂ ਦੇ ਨਾਲ ਬੈਠ ਕੇ ਖਾਧਾ ਪੀਤਾ, ਉਹਨਾਂ ਦੇ ਨਾਲ ਖਵਾਇਆ ਪਿਆ, ਉਹੀ ਜਿਹੜੇ ਜਵਾਨ ਸੀ ਅੱਜ ਉਹਨਾਂ ਤੇ ਡਾਂਗਾ ਚਲਾ ਰਹੇ ਸੀ। ਇਹ ਸਰਕਾਰ ਦੇ ਹੁਕਮ ਨਾਲ ਹੋਇਆ ਸਾਰਾ ਕੁਝ। ਜਿਹੜੇ ਜਵਾਨ ਉੱਥੇ ਖੜੇ ਸੀਗੇ, ਜਿਹੜੇ ਡਾਂਗਾ ਚਲਾ ਰਹੇ ਸੀ, ਉਹ ਵੀ ਕਿਸਾਨਾਂ ਦੇ ਪੁੱਤ ਸੀ। ਇੱਕ ਭਰਾ ਨੂੰ ਲੜਾਤਾ, ਜੈ ਜਵਾਨ ਜੈ ਕਿਸਾਨ ਹੋ ਰਿਹਾ ਸੀ, ਪਰ ਜਿਹੜਾ ਕਿਸਾਨ ਜਵਾਨ ਦੇ ਹੱਥੋਂ ਜਿਹੜਾ ਕਿਸਾਨ ਕੁਟਵਾਤਾ। ਕਿਸੇ ਸਮੇਂ ਦੇ ਉੱਤੇ ਜੈ ਜਵਾਨ ਜੈ ਕਿਸਾਨ ਹੋਇਆ ਕਰਦਾ ਸੀ, ਪਰ ਅੱਜ ਜਿਹੜਾ ਉਹ ਇੱਕ ਦੂਜੇ ਨੂੰ ਲੜ ਕੇ, ਇੱਕ ਦੂਜੇ ਨੂੰ ਮਾਰ ਕੇ, ਉਹ ਕਿਸਾਨ ਜਿਹੜਾ ਉਹ ਆਪਣੇ ਬਚਾਅ ਦੇ ਵਿੱਚ ਜੇਕਰ ਉਹਨੂੰ ਕੁੱਟਦਾ ਹੈ, ਜੇ ਉਹਨੂੰ ਮਾਰ ਪੈ ਰਹੀ ਹੈ ਤੇ ਆਪਸ 'ਚ ਲੜ ਪਏ ਤੇ ਇਹ ਦੇਸ਼ ਕਿੱਧਰ ਨੂੰ ਜਾ ਰਿਹਾ? ਬੜੇ ਅਫਸੋਸ ਦੀ ਗੱਲ ਹੈ ਇਸ ਚੀਜ਼ ਦੇ ਵਿੱਚ। ਤਾਂ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਤਾਂ ਇਹ ਸਨ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ, ਜਿਨ੍ਹਾਂ ਨੇ ਕੁਝ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕੁਲਵੰਤ ਸਿੰਘ ਹੋਰਾਂ ਦੇ ਜਿਹੜੇ ਵਿਚਾਰ ਹੈ ਉਹ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।